Hello students, how are you? I hope all of you are fit and fine. So dear students, today we are going to start NTSE 2020 Social Science sheet number 4A। ਪਿਆਰੇ ਬੱਚਿਓ, ਅੱਜ ਆਪਾਂ NTSE 2020 ਲਈ ਸਮਾਜਿਕ ਵਿਗਿਆਨ ਦੀ ਸ਼ੀਟ ਨੰਬਰ 4A ਪੜਾਂਗੇ। ਸੋ ਆਓ ਆਪਾਂ ਸਟਾਰਟ ਕਰਦੇ ਹਾਂ ਸ਼ੀਟ ਨੰਬਰ 4 ਦਾ A ਭਾਗ ਪਾਰਟ ਪਹਿਲਾ। ਸੋ ਪਹਿਲਾ ਹੀ ਕੁਐਸਚਨ ਹੈ ਬੇਟਾ, ਭਾਰਤੀ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ। ਇਸ ਸ਼ੀਟ ਦੇ ਵਿੱਚ ਅਸੀਂ ਸੰਵਿਧਾਨ ਬਾਰੇ ਕੁਝ ਕੁਐਸਚਨ ਪੜਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੀ ਇਹ ਹੈ ਵੀ ਭਾਰਤੀ ਸੰਵਿਧਾਨ ਬਣਨਾ ਕਦੋਂ ਸ਼ੁਰੂ ਹੋਇਆ ਸੀ, ਕਦੋਂ ਉਹਦਾ ਇਹ ਕਾਰਜ ਸ਼ੁਰੂ ਕੀਤਾ ਗਿਆ। ਸੋ ਇਹਦਾ ਬੇਟਾ ਰਾਈਟ ਆਨਸਰ ਹੈ 9 ਦਸੰਬਰ 1946। ਇਹ ਉਹ ਮਿਤੀ ਸੀ ਜਿਸ ਦਿਨ ਸੰਵਿਧਾਨ ਸਭਾ ਦੁਆਰਾ ਪਹਿਲੀ ਮੀਟਿੰਗ ਕੀਤੀ ਗਈ। ਇਹ ਵੀ ਯਾਦ ਰੱਖਿਓ, ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਕਦੋਂ ਹੋਈ? 9 ਦਸੰਬਰ 1946। ਇਸ ਮੀਟਿੰਗ ਦੇ ਵਿੱਚ ਹੀ ਭਾਰਤੀ ਸੰਵਿਧਾਨ ਨੂੰ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ। ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈ ਉਹ ਇਸ ਮੀਟਿੰਗ ਦੇ ਵਿੱਚ ਸ਼ੁਰੂ ਕੀਤਾ ਗਿਆ। ਉਹ ਮਿਤੀ ਸੀ 9 ਦਸੰਬਰ 1946। ਸੋ ਅਗਲਾ ਸਾਡੇ ਕੋਲ ਇੱਕ ਕੁਐਸਚਨ ਆ ਜਾਂਦਾ ਹੈ, ਭਾਰਤੀ ਸੰਵਿਧਾਨ ਕਿਸ ਮਿਤੀ ਨੂੰ ਬਣ ਕੇ ਤਿਆਰ ਹੋ ਗਿਆ ਸੀ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬੇਟਾ ਵੀ ਭਾਰਤੀ ਸੰਵਿਧਾਨ ਕਿਹੜੀ ਮਿਤੀ ਨੂੰ ਬਣ ਕੇ ਤਿਆਰ ਹੋ ਗਿਆ ਸੀ। ਸਾਡੇ ਕੋਲ 4 ਆਪਸ਼ਨਸ ਨੇ। ਬੱਚੇ ਇਹਦੇ ਵਿੱਚ ਕਈ ਵਾਰ ਕਨਫਿਊਜ਼ ਨੇ। ਦੇਖੋ ਆਪਸ਼ਨਸ ਧਿਆਨ ਨਾਲ ਪੜ੍ਹਿਓ। 26 ਨਵੰਬਰ 1949, 26 ਨਵੰਬਰ 1950, 26 ਜਨਵਰੀ 1950, 26 ਜਨਵਰੀ 1949। ਸੋ ਸੰਵਿਧਾਨ ਬਣ ਕੇ ਤਿਆਰ ਕਿੱਦੇ ਹੋ ਗਿਆ ਸੀ ਪੁੱਤਰ ਜੀ? 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਇਹ ਯਾਦ ਰੱਖਣਾ ਹੈ ਤੁਸੀਂ। 26 ਨਵੰਬਰ 1949 ਇਹ ਸੰਵਿਧਾਨ ਬਣਨ ਦੀ ਮਿਤੀ ਹੈ, ਜਿਸ ਦਿਨ ਸੰਵਿਧਾਨ ਬਣ ਕੇ ਕੰਪਲੀਟ ਹੋ ਗਿਆ ਸੀ। ਪਰ ਇਸ ਨੂੰ ਲਾਗੂ ਕਦੋਂ ਕੀਤਾ ਗਿਆ? ਅਗਲਾ ਪ੍ਰਸ਼ਨ ਸਾਡੇ ਕੋਲ ਕੁਐਸਚਨ ਨੰਬਰ 3 ਹੈ, ਭਾਰਤੀ ਸੰਵਿਧਾਨ ਕਿਸ ਮਿਤੀ ਨੂੰ ਲਾਗੂ ਕੀਤਾ ਗਿਆ। ਹੁਣ ਇਹਦੀਆਂ ਫਿਰ ਸਾਡੇ ਕੋਲ 4 ਆਪਸ਼ਨਸ ਨੇ। 15 ਅਗਸਤ 1950, 26 ਨਵੰਬਰ 1950, 26 ਜਨਵਰੀ 1950 ਤੇ 26 ਜਨਵਰੀ 1949। ਦੇਖੋ ਪਹਿਲੀ ਗੱਲ ਤਾਂ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ, ਇਹਦਾ ਮਤਲਬ 26 ਜਨਵਰੀ 1949 ਦਾ ਵਿੱਚੋਂ ਨਿਕਲੀ ਗਈ। ਸੋ ਆਪਣੇ ਕੋਲੇ ਬਚੀਆਂ 3 ਆਪਸ਼ਨਸ। ਇਹਦੇ ਵਿੱਚੋਂ ਬੇਟਾ ਰਾਈਟ ਆਪਸ਼ਨ ਹੈ ਸਾਡੇ ਕੋਲੇ 26 ਜਨਵਰੀ 1950। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ। ਭਾਰਤ ਇੱਕ ਗਣਤੰਤਰ ਦੇਸ਼ ਘੋਸ਼ਿਤ ਕੀਤਾ ਗਿਆ, ਜਿਸ ਦਿਨ ਅਸੀਂ 26 ਜਨਵਰੀ ਨੂੰ, ਤਾਂ ਹੀ ਆਪਾਂ ਹਰ ਸਾਲ ਬੇਟਾ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਉਂਦੇ ਹਾਂ, ਰਿਪਬਲਿਕ ਡੇ ਮਨਾਉਂਦੇ ਹਾਂ। 26 ਜਨਵਰੀ ਨੂੰ ਸਾਨੂੰ ਸੰਵਿਧਾਨ ਡੇ ਵੀ ਮਨਾਇਆ ਜਾਂਦਾ ਹੈ। ਸੋ 26 ਜਨਵਰੀ 1950 ਨੂੰ ਭਾਰਤ ਇੱਕ ਰਿਪਬਲਿਕ ਬਣਿਆ ਸੀ, ਉਸਨੇ ਆਪਣਾ ਕਨਸਟੀਟਿਊਸ਼ਨ ਲਾਗੂ ਕੀਤਾ ਸੀ। ਸੋ ਇਹ ਮਿਤੀ ਹੈ 26 ਜਨਵਰੀ 1950। ਹੁਣ ਸਾਡੇ ਕੋਲੇ ਨੈਕਸਟ ਕੁਐਸਚਨ ਆ ਗਿਆ, ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਸਮੇਂ ਇਸ ਦੇ ਕਿੰਨੇ ਅਨੁਛੇਦ ਅਤੇ ਕਿੰਨੀਆਂ ਅਨੁਸੂਚੀਆਂ ਸਨ। ਸੋ ਬੇਟਾ ਜਦੋਂ ਇਹ ਲਾਗੂ ਕੀਤਾ ਗਿਆ ਉਦੋਂ ਇਹਦੇ ਨੰਬਰ ਆਫ ਆਰਟੀਕਲਸ ਤੇ ਲਿਸਟ ਕਿੰਨੀਆਂ ਸੀਗੀਆਂ? ਉਹਦਾ ਆਨਸਰ ਹੈ 395 ਬੇਟਾ ਅਨੁਛੇਦ ਸੀਗੇ, 8 ਇਹਦੀਆਂ ਅਨੁਸੂਚੀਆਂ ਸੀ। ਇਹ ਯਾਦ ਰੱਖਿਓ, ਭਾਰਤ ਦਾ ਸੰਵਿਧਾਨ ਜਦੋਂ ਲਾਗੂ ਕੀਤਾ ਗਿਆ ਉਦੋਂ 395 ਅਨੁਛੇਦ ਸੀਗੇ ਤੇ 8 ਅਨੁਸੂਚੀਆਂ ਸੀ। ਸੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ, ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਿਸ ਸਾਲ ਵਿੱਚ ਹੀ ਕੀਤੀ ਗਈ। ਕਾਫੀ ਇੰਪੋਰਟੈਂਟ ਕੁਐਸਚਨ ਹੈ ਬੇਟਾ। ਸੰਵਿਧਾਨ ਤਿਆਰ ਕੀਤਾ ਗਿਆ ਸੀ ਪਰ ਸਮੇਂ ਦੇ ਅਨੁਸਾਰ ਉਹਦੇ ਵਿੱਚ ਚੇਂਜਿਸ ਉਹ ਜਿਹੜੀ ਸੋਧਾਂ ਕਰਨੀਆਂ ਪਈਆਂ। ਸੋ ਕਹਿੰਦਾ ਵੀ ਪਹਿਲੀ ਸੋਧ ਕਿਹੜੇ ਸਾਲ ਕੀਤੀ। ਦੇਖੋ ਲਾਗੂ ਕਦੋਂ ਹੋਇਆ ਸੀ? 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕਰ ਦਿੱਤਾ ਗਿਆ, ਪਰ ਸਮੇਂ ਦੀ ਮੰਗ ਅਨੁਸਾਰ ਚੇਂਜਿਸ ਵੀ ਕਰਨੀਆਂ ਸੀ, ਸੋਧਾਂ ਕਰਨੀਆਂ ਸੀ। ਤਾਂ ਸਾਡੇ ਕੋਲ ਕੁਐਸਚਨ ਆ ਗਿਆ, ਪਹਿਲੀ ਸੋਧ ਕਿਹੜੇ ਸਾਲ ਕੀਤੀ, ਕਦੋਂ ਕੀਤੀ। ਆਪਸ਼ਨ ਨੇ 1950, ਸੈਕਿੰਡ ਆਪਸ਼ਨ ਰਿਪੀਟ ਹੋ ਗਈ 1950, ਥਰਡ ਆਪਸ਼ਨ ਹੈ 1951, ਫੋਰਥ ਆਪਸ਼ਨ ਹੈ ਸਾਡੇ ਕੋਲ 1953, 1953। ਸੋ ਉਹਦੇ ਵਿੱਚੋਂ ਰਾਈਟ ਆਨਸਰ ਹੈ ਬੇਟਾ 1951, 1951 ਇਹਦਾ ਸਹੀ ਜਵਾਬ ਹੈ। ਇਹਨੂੰ ਯਾਦ ਰੱਖਣਾ ਹੈ, ਕਾਫੀ ਇੰਪੋਰਟੈਂਟ ਹੈ। ਇਹ ਬੇਟਾ ਜਿਹੜੀ ਸੋਧ ਸੀਗੀ 10 ਮਈ 1951 ਨੂੰ ਕੀਤੀ ਗਈ ਸੀ। ਉਸ ਸਮੇਂ ਸਾਡੇ ਪ੍ਰਧਾਨ ਮੰਤਰੀ ਸੀ ਸ਼੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ। ਇਹ ਰਿਗਾਰਡਿੰਗ ਫੰਡਾਮੈਂਟਲ ਰਾਈਟਸ ਦੇ ਰਿਗਾਰਡਿੰਗ ਕੁਝ ਚੇਂਜਿਸ ਕੀਤੀਆਂ ਗਈਆਂ ਸੀ ਸਟੇਟ ਗੌਰਮੈਂਟ ਦੇ ਅਧਿਕਾਰਾਂ ਦੇ ਸੰਬੰਧੀ 'ਚ। ਸੋ ਇਹ ਸਾਡੀ ਪਹਿਲੀ ਸੋਧ ਸੀ ਜਿਹੜੀ 10 ਮਈ 1951 ਨੂੰ ਭਾਰਤੀ ਸੰਵਿਧਾਨ ਦੇ ਵਿੱਚ ਕੀਤੀ ਗਈ। ਸੋ ਨੈਕਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਵਿੱਚ ਹੁਣ ਤੱਕ ਕਿੰਨੀਆਂ ਸੋਧਾਂ ਹੋ ਚੁੱਕੀਆਂ ਨੇ। ਹਾਂਜੀ, ਲੇਟੈਸਟ ਜਿਹੜੀਆਂ ਬੇਟਾ ਹੁਣ ਤੱਕ ਕਿੰਨੀਆਂ ਅਮੈਂਡਮੈਂਟਸ ਹੋ ਚੁੱਕੀਆਂ ਨੇ। ਸਾਡੇ ਕੋਲ ਆਪਸ਼ਨਸ ਨੇ 100, 101, 102 ਐਂਡ 104। ਸੋ ਬੇਟਾ ਜੀ ਹੁਣ ਤੱਕ ਜਿਹੜੀਆਂ ਲੇਟੈਸਟ ਸੋਧਾਂ ਹੋ ਚੁੱਕੀਆਂ ਨੇ 25 ਜਨਵਰੀ 2020 ਤੱਕ ਜਿਹੜੀ ਲਾਸਟ ਸੋਧ ਕੀਤੀ ਗਈ ਸੀ ਉਹ ਨੰਬਰ ਸੀ 104 ਨੰਬਰ। ਸੋ ਹੁਣ ਤੱਕ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਸੋਧਾਂ ਕੀਤੀਆਂ ਗਈਆਂ ਨੇ? 104।
ਹੁਣ ਜੇ ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੀਏ ਵੀ 104 ਨੰਬਰ ਸੋਧ ਕੀ ਸੀ ਬੇਟਾ, ਇਹਨੂੰ ਅਸੀਂ ਤਾਂ ਇਸ ਨੂੰ ਇੰਡੀਅਨ ਜਿਹੜਾ ਹੈ ਨਾ ਕੌਂਸਟੀਟਿਊਸ਼ਨ 104th ਅਮੈਂਡਮੈਂਟ ਐਕਟ 2019 ਵੀ ਬੋਲਿਆ ਜਾਂਦਾ ਹੈ। ਕੀ ਸੀ ਬੇਟਾ, ਭਾਰਤੀ ਸੰਵਿਧਾਨ ਦੇ ਵਿੱਚ ਸਾਡੇ ਨਾ ਜਿਹੜੀਆਂ ਲੋਕ ਸਭਾ ਅਤੇ ਜਿਹੜੀਆਂ ਆਪਣੀਆਂ ਸਟੇਟਸ ਦੀਆਂ ਵਿਧਾਨ ਪਾਲਿਕਾਵਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ SC ਤੇ STs ਵਾਸਤੇ ਸੀਟਾਂ ਰਿਜ਼ਰਵੇਸ਼ਨ ਰੱਖੀ ਗਈ ਹੈ, ਜਿਹਦੀ ਮਿਆਦ ਬੇਟਾ 26 ਜਨਵਰੀ 2020 ਨੂੰ ਐਕਸਪਾਇਰ ਹੋਣਾ ਸੀ, ਉਹਨੇ ਖਤਮ ਹੋ ਜਾਣਾ ਸੀ। ਸੋ ਜਿਹੜੀ 104 ਨੰਬਰ ਅਮੈਂਡਮੈਂਟ ਹੈ, ਇਹਦੇ ਨਾਲ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੋਰ 10 ਸਾਲਾਂ ਵਾਸਤੇ, ਅਗਲੇ 10 ਸਾਲਾਂ ਵਾਸਤੇ ਉਸ ਨੂੰ ਐਕਸਟੈਂਡ ਕੀਤਾ ਗਿਆ। ਉਸ ਦੇ ਖਾਤਮੇ ਨੂੰ ਰੋਕ ਕੇ, ਭਾਵ ਜਿਹੜੀ ਰਿਜ਼ਰਵੇਸ਼ਨ ਸੀ ਉਹ ਖਤਮ ਹੋਣੀ ਸੀ ਇਸ 25 ਜਨਵਰੀ ਨੂੰ ਆ ਕੇ, ਪਰ ਉਸ ਨੂੰ ਅਗਲੇ 10 ਸਾਲਾਂ ਵਾਸਤੇ ਇਸ ਸੋਧ ਰਾਹੀਂ ਹੋਰ ਐਕਸਟੈਂਡ ਕਰ ਦਿੱਤਾ ਗਿਆ। ਸੋ ਆਪਾਂ ਅੱਗੇ ਚੱਲਦੇ ਹਾਂ। ਅਗਲਾ ਸਾਡੇ ਕੋਲ ਕੁਐਸਚਨ ਨੰਬਰ ਆ ਗਿਆ 7। ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਿਸ ਦੇ ਹਸਤਾਖਰਾਂ ਨਾਲ ਹੋਈ? ਬੇਟਾ ਜੀ ਸਾਡੇ ਕੋਲੇ 4 ਆਪਸ਼ਨ ਨੇ, ਆਪਾਂ ਹੁਣੀ ਪੜ੍ਹ ਕੇ ਆਏ ਹਾਂ ਵੀ ਪਹਿਲੀ ਸੰਵਿਧਾਨ ਦੀ ਪਹਿਲੀ ਸੋਧ ਕਦੋਂ ਹੋਈ ਸੀ? ਹਾਂਜੀ, 1951 ਦੇ ਵਿੱਚ ਹੋਈ ਸੀ। ਉਹ ਹੁਣ ਉਹ ਕਹਿੰਦੇ ਵੀ ਕਿਹਦੇ ਸਾਈਨਾਂ ਹੇਠ ਹੋਈ? ਕੁਐਸਚਨ ਦੇ ਵਿੱਚ ਸਾਡੇ ਕੋਲੇ 4 ਆਪਸ਼ਨ ਨੇ, ਡਾਕਟਰ ਰਾਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਜੀ, ਡਾਕਟਰ BR ਅੰਬੇਦਕਰ। ਇਹਨਾਂ ਵਿੱਚੋਂ ਕਿਹਦੇ ਹਸਤਾਖਰਾਂ ਦੇ ਹੇਠ ਇਹ ਪਹਿਲੀ ਸੋਧ ਹੋਈ ਸੀ? ਬੇਟਾ ਜੀ ਤੁਹਾਨੂੰ ਕੌਂਸਟੀਟਿਊਸ਼ਨ ਬਾਰੇ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਵੀ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਵੀ ਅਮੈਂਡਮੈਂਟ ਕਰਨੀ ਹੋਵੇ, ਉਹ ਲਾਗੂ ਕਰਨ ਵਾਸਤੇ, ਉਹਨੂੰ ਇੰਪਲੀਮੈਂਟ ਕਰਨ ਵਾਸਤੇ ਫਾਈਨਲ ਅਥਾਰਟੀ ਸਾਡੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਹੁੰਦੇ ਨੇ। ਸੋ ਆਪਾਂ ਕਰ ਚੁੱਕੇ ਹਾਂ ਵੀ ਪਹਿਲੀ ਸੋਧ 1951 'ਚ ਹੋਈ, ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ 1951 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਕੌਣ ਸੀਗੇ? ਸਾਡੇ ਭਾਰਤ ਦੇ ਰਾਸ਼ਟਰਪਤੀ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਸੋ ਭਾਰਤੀ ਸੰਵਿਧਾਨ ਦੇ ਵਿੱਚ ਪਹਿਲੀ ਜਿਹੜੀ ਸੋਧ ਹੋਈ ਸੀ ਪੁੱਤਰ ਜੀ, ਉਹ ਡਾਕਟਰ ਰਾਜਿੰਦਰ ਪ੍ਰਸਾਦ ਜੀ ਦੇ ਸਾਈਨਾਂ ਦੇ ਹੇਠ ਹੋਈ ਸੀ। ਜਦੋਂ ਉਹ ਸਾਈਨ ਕਰ ਦਿੰਦੇ ਨੇ ਫਿਰ ਉਹ ਬਿੱਲ ਬਣ ਜਾਂਦਾ, ਫਿਰ ਉਹ ਲਾਗੂ ਹੋ ਜਾਂਦਾ। ਸੋ ਪਹਿਲੀ ਸੋਧ ਕਿਹਨਾਂ ਦੇ ਸਾਈਨਾਂ ਹੇਠ ਹੋਈ ਸੀ? ਡਾਕਟਰ ਰਾਜਿੰਦਰ ਪ੍ਰਸਾਦ ਜੀ ਦੇ। ਨੈਕਸਟ ਕੁਐਸਚਨ ਸਾਡੇ ਕੋਲ ਆ ਗਿਆ ਪੁੱਤਰ ਜੀ, ਪਹਿਲਾਂ ਤਾਂ ਉਰੇ ਸਾਡੇ ਸਮਝੋ ਆ ਦੇਖੋ ਡਾਕਟਰ ਰਾਜਿੰਦਰ ਪ੍ਰਸਾਦ ਜੀ ਦੀ ਪਿਕਚਰ ਆ ਗਈ, ਇਹਨਾਂ ਦੇ ਦੁਆਰਾ ਇਹ ਪਹਿਲੀ ਸੋਧ ਨੂੰ ਲਾਗੂ ਕੀਤਾ ਗਿਆ ਸੀ। ਸੋ ਕੁਐਸਚਨ ਨੰਬਰ 8 ਆ ਗਿਆ, ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ? ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ। ਭਾਰਤੀ ਸੰਵਿਧਾਨ ਨੂੰ ਬਣਾਉਣ 'ਚ ਸਮਾਂ ਕਿੰਨਾ ਲੱਗਿਆ ਸੀ? ਦੇਖੋ ਆਪਾਂ ਗੱਲ ਕੀਤੀ ਸੀ 9 ਦਸੰਬਰ 1946 ਤੋਂ ਲੈ ਕੇ 26 ਨਵੰਬਰ 1949 ਤੱਕ। ਸੋ ਇਹਨੂੰ ਯਾਦ ਕਰ ਲਓ, 2 ਸਾਲ 11 ਮਹੀਨੇ 18 ਦਿਨ, ਬਸ 2 ਸਾਲ 11 ਮਹੀਨੇ 18 ਦਿਨ। ਦਿਸ ਇਜ਼ ਦਾ ਰਾਈਟ ਆਨਸਰ, 2 ਸਾਲ 11 ਮਹੀਨੇ 18 ਦਿਨ। ਇੱਕ ਮੋਬਾਈਲ ਨੰਬਰ ਵਾਂਗੂ ਯਾਦ ਕਰ ਲਓ, ਜਿਵੇਂ ਵੀ ਯਾਦ ਕਰ ਲਓ, 2 11 18, 2 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਸੀ ਭਾਰਤੀ ਸੰਵਿਧਾਨ ਨੂੰ ਬਣਾਉਣ ਲੱਗੇ। ਸਾਡਾ ਸੰਵਿਧਾਨ ਬੇਟਾ ਦੁਨੀਆ ਦਾ ਸਭ ਤੋਂ ਲੰਬਾ ਵਿਸਤ੍ਰਿਤ ਸੰਵਿਧਾਨ ਹੈ, ਬਹੁਤ ਵੱਡਾ ਸੰਵਿਧਾਨ ਹੈ ਸਾਡਾ। ਸੋ ਕੁੱਲ ਸਮਾਂ ਲੱਗਿਆ 2 ਸਾਲ 11 ਮਹੀਨੇ 18 ਦਿਨ। ਹੁਣ ਨੈਕਸਟ ਕੁਐਸਚਨ ਆ ਗਿਆ, ਭਾਰਤ ਲਈ ਸੰਵਿਧਾਨ ਬਣਾਉਣ ਲਈ ਪਹਿਲੀ ਵਾਰ ਸੰਵਿਧਾਨ ਸਭਾ ਦੀ ਮੰਗ ਕਿਸ ਸਾਲ ਕੀਤੀ ਗਈ ਸੀ? ਹਾਂਜੀ ਦੇਖੋ, ਸੰਵਿਧਾਨ ਬਣ ਗਿਆ, ਇਹ ਕਹਿੰਦਾ ਵੀ ਇਹ ਆਇਆ ਕਿੱਥੋਂ ਸੀ ਵੀ ਸੰਵਿਧਾਨ ਹੋਣਾ ਚਾਹੀਦਾ ਭਾਰਤ ਦਾ ਸੰਵਿਧਾਨ ਬਣਾਉਣ ਬਾਰੇ ਗੱਲ ਕਿਵੇਂ ਕੀਤੀ ਗਈ? ਸੋ ਇਹਦਾ ਰਾਈਟ ਆਨਸਰ ਹੈ ਬੇਟਾ 1935। 1935 ਦੇ ਵਿੱਚ ਪਹਿਲੀ ਵਾਰ ਭਾਰਤੀ ਲੋਕਾਂ ਨੇ ਭਾਰਤ ਦੁਆਰਾ ਇਹ ਡਿਮਾਂਡ ਕੀਤੀ ਗਈ ਸੀ ਵੀ ਸਾਡਾ ਆਪਣਾ ਇੱਕ ਸੰਵਿਧਾਨ ਹੋਵੇ ਜਿਹਦੇ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਵੇ। ਸੋ ਇਸ ਸੰਵਿਧਾਨ ਦੀ ਜਿਹੜੀ ਡਿਮਾਂਡ ਸੀ 1935 ਦੇ ਵਿੱਚ ਸਭ ਤੋਂ ਪਹਿਲਾਂ INC ਭਾਵ ਇੰਡੀਅਨ ਨੈਸ਼ਨਲ ਕਾਂਗਰਸ, ਇਸ ਨੇ ਕੀਤੀ ਸੀ ਆਫੀਸ਼ੀਅਲੀ ਡਿਮਾਂਡ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ 1935 ਵਿੱਚ ਕੀਤੀ ਗਈ ਸੀ, ਜਿਹੜੀ ਕਿ 1940 ਦੇ ਵਿੱਚ ਜਾ ਕੇ ਕਿਤੇ ਅੰਗਰੇਜ਼ਾਂ ਨੇ ਇਹਨੂੰ ਮਾਨਤਾ ਦਿੱਤੀ ਸੀ ਵੀ ਚਲੋ ਠੀਕ ਹੈ, ਆਪਾਂ ਦੇਖਦੇ ਹਾਂ ਵੀ ਤੁਹਾਡੇ ਵਾਸਤੇ ਇੱਕ ਸੰਵਿਧਾਨ ਤਿਆਰ ਕਰਦੇ ਹਾਂ। ਸੋ ਪਹਿਲੀ ਵਾਰ ਮੰਗ ਕੀਤੀ ਗਈ 1935 ਦੇ ਵਿੱਚ। ਕਿਹਦੇ ਦੁਆਰਾ ਕੀਤੀ ਗਈ ਸੀ ਬੇਟਾ? ਉਸ ਸਮੇਂ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ। ਅਸਲ ਵਿੱਚ ਬੇਟਾ ਇਹ ਜਿਹੜਾ ਆਈਡੀਆ ਸੀ ਨਾ ਸੰਵਿਧਾਨ ਵਾਸਤੇ ਵੀ ਭਾਰਤ ਵਾਸਤੇ ਇੱਕ ਸੰਵਿਧਾਨ ਹੋਣਾ ਚਾਹੀਦਾ ਹੈ, ਇਹ ਸੀਗੇ ਇੱਕ ਵਿਅਕਤੀ MN ਰਾਓ, ਇਹਨਾਂ ਦੁਆਰਾ ਇਹਦਾ ਆਈਡੀਆ ਦਿੱਤਾ ਗਿਆ ਸੀ। CPI ਤੁਸੀਂ ਪੋਲੀਟੀਕਲ ਪਾਰਟੀ ਦਾ ਨਾਮ ਸੁਣਿਆ, 1925 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ, ਉਹਦੇ ਫਾਊਂਡਰ ਸੀਗੇ MN ਰਾਓ। ਇਹਨਾਂ ਦੁਆਰਾ ਇਹ ਆਈਡੀਆ ਦਿੱਤਾ ਗਿਆ ਸੀ, ਪਰ ਆਫੀਸ਼ੀਅਲੀ ਪਹਿਲੀ ਵਾਰ ਮੰਗ ਕੀਤੀ ਗਈ ਸੀ 1935 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ। ਸੋ ਅਗਲਾ ਕੁਐਸਚਨ ਸਾਡੇ ਕੋਲ ਆ ਗਿਆ, ਸੰਵਿਧਾਨ ਸਭਾ 399 ਮੈਂਬਰਾਂ ਲਈ ਪ੍ਰਾਂਤਾਂ ਦੀਆਂ ਵਿਧਾਨ ਪਾਲਿਕਾਵਾਂ ਵਿੱਚੋਂ ਕਿੰਨੇ ਮੈਂਬਰ ਚੁਣੇਗੇ? ਦੇਖੋ ਪਹਿਲਾਂ ਕੁਐਸਚਨ ਦੇ ਵਿੱਚ ਹੀ ਇੱਕ ਚੀਜ਼ ਦਾ ਜਵਾਬ ਆ ਗਿਆ ਵੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਸੀ? 399 ਮੈਂਬਰ ਸੀਗੇ ਸੰਵਿਧਾਨ ਸਭਾ ਦੇ ਵਿੱਚ। ਹੁਣ ਉਹ ਕਹਿੰਦਾ ਵੀ ਇਹਦੇ ਵਿੱਚੋਂ ਪ੍ਰਾਂਤਾਂ ਦੀਆਂ, ਉਸ ਸਮੇਂ ਜਿਹੜੇ ਪ੍ਰਾਂਤ ਸੀਗੇ, ਸਟੇਟ ਸੀਗੀਆਂ, ਉਹਨਾਂ ਦੀਆਂ ਵਿਧਾਨ ਪਾਲਿਕਾਵਾਂ ਸ਼ੁਰੂ ਹੋ ਚੁੱਕੀਆਂ ਸੀ, ਉਹਦੇ ਵਿੱਚੋਂ ਕਿੰਨੇ ਮੈਂਬਰ ਲਏ ਗਏ ਸੀ? ਸੋ ਬੇਟਾ ਜੀ ਇਹਦੇ ਵਾਸਤੇ ਉਹਦਾ ਰਾਈਟ ਆਨਸਰ ਹੈ 292 292 ਮੈਂਬਰ ਵੱਖ-ਵੱਖ ਪ੍ਰਾਂਤਾਂ ਜਿਨ੍ਹਾਂ 'ਤੇ ਅੰਗਰੇਜ਼ਾਂ ਦਾ ਕਬਜ਼ਾ ਸੀ, ਉਹ ਪ੍ਰਾਂਤਾਂ ਦੇ ਵਿੱਚੋਂ 292 ਮੈਂਬਰ ਇਸ ਵਿਧਾਨ ਸਭਾ ਦੀ ਕਮੇਟੀ ਦੇ ਵਿੱਚ ਲਏ ਗਏ ਸੀ। ਆ ਦੇਖੋ
ਟੋਟਲ ਮੈਂਬਰ ਸੀਗੇ 389 399 ਮੈਂਬਰ ਕੁੱਲ ਸੀਗੇ ਸੰਵਿਧਾਨ ਸਭਾ ਦੇ, ਜਿਹਦੇ ਵਿੱਚ 292 ਮੈਂਬਰ ਉਹਨਾਂ ਪ੍ਰਾਂਤਾਂ ਵਿੱਚੋਂ ਲਏ ਗਏ ਸੀ ਜਿਨ੍ਹਾਂ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ। 4 ਮੈਂਬਰ ਲਏ ਗਏ ਸੀਗੇ ਚੀਫ ਕਮਿਸ਼ਨਰੀ ਏਰੀਆ ਸੀਗੇ। ਜਿਵੇਂ ਬੇਟਾ ਸਾਰੇ ਇਹ ਪ੍ਰਾਂਤਾਂ ਨੂੰ ਕੰਟਰੋਲ ਕਰਨ ਵਾਸਤੇ ਅੰਗਰੇਜ਼ਾਂ ਨੇ ਭਾਰਤ ਵਿੱਚ 4 ਆਪਣੇ ਕੇਂਦਰ ਸਥਾਪਿਤ ਕਰ ਲਏ ਸੀ, 4 ਹੈੱਡਕੁਆਟਰ ਬਣਾ ਲਏ ਸੀ, ਜਿਹਦੇ ਵਿੱਚੋਂ ਦਿੱਲੀ, ਬਲੋਚਿਸਤਾਨ, ਕੌਰਗ, ਅਜਮੇਰ। ਇਹ ਕੌਰਗ ਪਤਾ ਇਹਨੂੰ ਕਰਨਾਟਕਾ ਨੂੰ ਕੌਰਗ ਬੋਲਦੇ ਨੇ। ਇਹ 4 ਤਾਂ ਇਹ ਹੋ ਗਏ, ਠੀਕ ਹੈ। ਕਿੰਨੇ ਹੋ ਗਏ 292 + 4 296 ਤੇ 93 ਮੈਂਬਰ ਸੀ ਬੇਟਾ ਪ੍ਰਿੰਸਲੀ ਸਟੇਟਸ। ਕੁਝ ਉਸ ਸਮੇਂ ਜਿਹੜੇ ਰਾਜੇ ਆਜ਼ਾਦ ਸੀਗੇ, ਛੋਟੀਆਂ ਛੋਟੀਆਂ ਸਟੇਟਸ ਸੀਗੀਆਂ ਜਿਹੜੇ ਆਪਣਾ ਰਾਜਪਾਟ ਚਲਾਉਂਦੇ ਸੀ, ਤਾਂ ਉਹਨਾਂ ਨੂੰ ਵੀ ਤਾਂ ਸੰਵਿਧਾਨ ਬਣਾਉਣ ਵਾਸਤੇ ਵਿੱਚ ਲੈਣਾ ਸੀ ਕਿਉਂਕਿ ਉਹ ਭਾਰਤ ਦਾ ਇੱਕ ਹਿੱਸਾ ਸੀ। ਸੋ 93 ਮੈਂਬਰ ਅਸੀਂ ਉੱਥੋਂ ਲਏ ਸੀ। ਤੁਸੀਂ ਇਹਨੂੰ ਯਾਦ ਰੱਖਣਾ ਹੈ। ਇਸ ਛੋਟੀ ਜਿਹੀ ਡਾਇਗਰਾਮ ਦੇ ਵਿੱਚੋਂ ਕਾਫੀ ਕੁਐਸਚਨ ਬਣਦੇ ਨੇ। ਇਹ ਇਕੱਲੀ ਇਕੱਲੀ ਚੀਜ਼ ਨੂੰ ਯਾਦ ਰੱਖਣਾ ਹੈ। ਕੁੱਲ ਮੈਂਬਰ ਸੀ 389, ਸਟੇਟਸ ਦੇ ਵਿੱਚੋਂ ਲਏ ਗਏ ਸੀ 292, ਕਮਿਸ਼ਨਰੀ ਏਰੀਆਜ਼ ਦੇ ਵਿੱਚੋਂ ਲਏ ਗਏ ਸੀ 4, ਪ੍ਰਿੰਸਲੀ ਸਟੇਟਸ ਨੇ ਆਪਣੇ ਰਿਪਰੈਜ਼ੈਂਟੇਟਿਵ ਕਿੰਨੇ ਭੇਜੇ ਸੀ 93। ਸੋ ਇਹਦਾ ਰਾਈਟ ਆਨਸਰ ਸੀਗਾ ਸਾਡੇ ਕੋਲੇ 292 292 ਮੈਂਬਰ। ਸੋ ਨੈਕਸਟ ਕੁਐਸਚਨ ਬੇਟਾ 11 ਨੰਬਰ ਕੁਐਸਚਨ ਸਾਡੇ ਕੋਲ ਆ ਗਿਆ। 3 ਜੂਨ 1947 ਨੂੰ ਕਿਸ ਪਲਾਨ ਦੇ ਤਹਿਤ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ਸੀ? ਹਾਂਜੀ ਬੇਟਾ ਜੀ, ਸੰਵਿਧਾਨ ਬਣਨਾ ਸੀ, ਪਰ ਉਸ ਤੋਂ ਪਹਿਲਾਂ ਭਾਰਤ ਦੇ ਵਿੱਚ ਭਾਰਤ ਦੇ ਡਿਵੀਜ਼ਨ ਦੀ ਡਿਊਲ ਨੇਸ਼ਨ ਸਟੇਟ ਹੈ ਨਾ ਜੀ ਥਿਊਰੀ ਆਈ, ਜਿਹੜੀ 2 ਰਾਸ਼ਟਰ ਦੀ ਵਿਚਾਰਧਾਰਾ ਪੈਦਾ ਹੋਈ ਵੀ ਇੱਕ ਪਾਕਿਸਤਾਨ ਇੱਕ ਭਾਰਤ ਬਣੂਗਾ। ਉਹ ਕਿਸ ਪਲਾਨ ਦੇ ਅਧੀਨ ਇਹ ਅਨਾਊਂਸਮੈਂਟ ਕੀਤੀ ਗਈ? ਸਾਡੇ ਕੋਲ 4 ਆਪਸ਼ਨ ਹੈ, ਲਾਰਡ ਡਲਹੌਜੀ, ਲਾਰਡ ਕਾਰਨਵਾਲਿਸ, ਲਾਰਡ ਰਿਪਨ, ਲਾਰਡ ਮਾਊਂਟ ਬੈਟਨ। ਸੋ ਤੁਸੀਂ ਥੋੜ੍ਹਾ ਜਿਹਾ ਹਿਸਟਰੀ ਬਾਰੇ ਜੇ ਜਾਣਕਾਰੀ ਹੋਵੇ ਤੁਹਾਨੂੰ ਇਹਦਾ ਆਨਸਰ ਸਹੀ ਮਿਲ ਜੂਗਾ। ਸੋ ਇਹਦਾ ਰਾਈਟ ਆਨਸਰ ਹੈ ਬੇਟਾ ਲਾਰਡ ਮਾਊਂਟ ਬੈਟਨ। ਲਾਰਡ ਮਾਊਂਟ ਬੈਟਨ ਇੱਕ ਪਲਾਨ ਲੈ ਕੇ ਆਇਆ ਸੀ ਜਿਸ ਦੇ ਅਨੁਸਾਰ 2 ਦੇਸ਼ ਬਣਾਏ ਜਾਣੇ ਸੀ, ਇੱਕ ਪਾਕਿਸਤਾਨ ਤੇ ਇੱਕ ਭਾਰਤ। ਸੋ ਆ ਪਿਕਚਰ ਦੇ ਵਿੱਚ ਦੇਖੋ, ਇਹਦੇ ਵਿੱਚ ਬਹੁਤ ਕੁਝ ਡਿਟੇਲ ਦੇ ਵਿੱਚ ਦਿੱਤਾ ਗਿਆ ਹੈ ਵੀ ਉਹ ਪਲਾਨ ਦੇ ਵਿੱਚ ਕੀ ਕੁਝ ਸੀਗਾ। ਉਹ ਪਲਾਨ ਦੇ ਅਕੋਰਡਿੰਗਲੀ 2 ਦੇਸ਼ਾਂ ਦੀ ਪ੍ਰੋਵੀਜ਼ਨ ਲਿਆਤੀ ਗਈ ਸੀ ਵੀ ਭਾਰਤ ਨੂੰ ਆਜ਼ਾਦ ਕੀਤਾ ਜਾਣਾ, ਇੱਕ ਉਹਦਾ ਹਿੱਸਾ ਪਾਕਿਸਤਾਨ ਨੂੰ ਦੇ ਦਿੱਤਾ ਜਾਊਗਾ ਤੇ ਇੱਕ ਹਿੱਸਾ ਭਾਰਤ ਰਹਿ ਜਾਊਗਾ। ਸੋ ਇਹ ਸੀ ਲਾਰਡ ਮਾਊਂਟ ਬੈਟਨ ਪਲਾਨ ਸੀ ਜਿਹੜਾ ਉਹਦੇ ਅਨੁਸਾਰ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ਸੀ 3 ਜੂਨ 1947 ਨੂੰ। ਸੋ ਬੇਟਾ ਜੀ ਅਗਲਾ ਕੁਐਸਚਨ ਆ ਗਿਆ 12 ਨੰਬਰ ਕੁਐਸਚਨ। ਭਾਰਤ ਦੀ ਵੰਡ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਰਹਿ ਗਈ? ਦੇਖੋ ਜੀ ਪਹਿਲਾਂ ਆਪਾਂ ਕਰਕੇ ਗਏ ਸੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਸੀ 389। ਹੁਣ ਇੱਕ ਪਾਸੇ ਪਾਕਿਸਤਾਨ ਚਲਾ ਹੋ ਗਿਆ, ਇੱਕ ਪਾਸੇ ਭਾਰਤ ਹੋ ਗਿਆ। ਭਾਰਤ ਨੇ ਤਾਂ ਆਪਦਾ ਸੰਵਿਧਾਨ ਬਣਾਉਣਾ ਸੀ, ਪਾਕਿਸਤਾਨ ਵਾਲਿਆਂ ਨੇ ਆਪਦਾ ਸੰਵਿਧਾਨ ਬਣਾਉਣਾ ਸੀ। ਹੁਣ ਜਿਹੜਾ ਖੇਤਰ ਪਾਕਿਸਤਾਨ ਦੇ ਏਰੀਏ 'ਚ ਜਾਣਾ ਸੀ ਉਸ ਖੇਤਰ ਦੇ ਬੰਦੇ ਭਾਰਤ ਦੀ ਸੰਵਿਧਾਨ ਸਭਾ ਦੇ ਵਿੱਚੋਂ ਨਿਕਲ ਕੇ ਪਾਕਿਸਤਾਨ ਦੀ ਸੰਵਿਧਾਨ ਸਭਾ 'ਚ ਚਲੇ ਗਏ। ਸੋ ਭਾਰਤ ਦੀ ਸੰਵਿਧਾਨ ਜਿਹੜੀ ਸਭਾ ਸੀ ਉਹਦੇ ਮੈਂਬਰਾਂ ਦੀ ਗਿਣਤੀ ਕਿੰਨੀ ਬਚੀ? ਉਹਦਾ ਆਪਾਂ ਨੂੰ ਰਿਪਲਾਈ ਸਾਨੂੰ ਚਾਹੀਦਾ। ਆਪਸ਼ਨ ਸਾਡੇ ਕੋਲੇ 4 ਨੇ, 309, 299, 289, 279। ਸੋ ਇਹਦਾ ਰਾਈਟ ਆਨਸਰ ਹੈ ਬੇਟਾ 299, 299। ਇਹ ਸੰਵਿਧਾਨ ਸਭਾ ਦੇ ਮੈਂਬਰ ਬਾਕੀ ਰਹਿ ਗਏ ਸੀ ਜਦੋਂ ਪਾਕਿਸਤਾਨ ਦੀ ਵੰਡ ਦੀ ਅਨਾਊਂਸਮੈਂਟ ਹੋ ਗਈ ਸੀ। ਸੋ ਨੈਕਸਟ ਕੁਐਸਚਨ ਆ ਗਿਆ ਸਾਡੇ ਕੋਲੇ ਕੁਐਸਚਨ ਨੰਬਰ 13। ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ। ਪੋਲੀਟੀਕਲ ਸਾਇੰਸ ਪੜ੍ਹਨ ਵਾਲੇ ਬੱਚਿਆਂ ਨੂੰ, ਰਾਜਨੀਤੀ ਸ਼ਾਸਤਰ ਪੜ੍ਹਨ ਵਾਲੇ ਬੱਚਿਆਂ ਨੂੰ, ਨਾਗਰਿਕ ਸ਼ਾਸਤਰ ਪੜ੍ਹਨ ਵਾਲੇ ਬੱਚਿਆਂ ਨੂੰ ਇਹ ਕੁਐਸਚਨ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਿਹੜੀ ਸੰਵਿਧਾਨਕ ਸੋਧ ਨੂੰ ਮਿੰਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ? ਭਾਰਤ ਦੇ ਬੇਟਾ ਵੱਖ-ਵੱਖ ਸੋਧਾਂ ਕੀਤੀਆਂ ਗਈਆਂ। ਆਪਾਂ ਪਿੱਛੇ ਪੜ੍ਹ ਗਏ ਹਾਂ, ਪਹਿਲੀ ਸੋਧ 1951 'ਚ ਕੀਤੀ ਗਈ। ਹੁਣ ਤੱਕ 104 ਸੋਧਾਂ ਕੀਤੀਆਂ ਜਾ ਚੁੱਕੀਆਂ ਨੇ। ਤਾਂ ਉਹਨਾਂ ਸਾਰੀਆਂ ਸੋਧਾਂ ਦੇ ਵਿੱਚੋਂ ਕਿਹੜੀ ਸੋਧ ਹੈ ਇੰਨੀ ਇੰਪੋਰਟੈਂਟ ਜਿਹਨੂੰ ਮਿੰਨੀ ਕੌਨਸਟੀਟਿਊਸ਼ਨ ਭਾਰਤ ਦਾ ਛੋਟਾ ਸੰਵਿਧਾਨ ਵੀ ਕਿਹਾ ਜਾਂਦਾ ਹੈ? ਸਾਡੇ ਕੋਲ ਆਪਸ਼ਨਸ ਨੇ 42ਵੀਂ ਸੋਧ, 51ਵੀਂ ਸੋਧ, 21ਵੀਂ ਸੋਧ ਜਾਂ 73ਵੀਂ ਸੋਧ। ਸੋ ਬੇਟਾ ਜੀ ਇਹਦਾ ਰਾਈਟ ਆਨਸਰ ਹੈ ਸਾਡੇ ਕੋਲੇ 42ਵੀਂ ਸੋਧ। ਬਹੁਤ ਹੀ ਮਹੱਤਵਪੂਰਨ ਸੋਧ ਸੀ। ਇੰਨੀਆਂ ਜ਼ਿਆਦਾ ਇਹਨੇ ਅਮੈਂਡਮੈਂਟਸ ਨੂੰ ਇੰਪਲੀਮੈਂਟ ਕੀਤਾ ਇੰਡੀਅਨ ਕੌਨਸਟੀਟਿਊਸ਼ਨ ਦੀ ਨਾ, ਜਿਹਨੂੰ ਕਹਿੰਦੇ ਵੀ ਸ਼ੇਪ ਵੀ ਚੇਂਜ ਕਰ ਦਿੱਤੀ, ਰੱਖ ਦਿੱਤੀ। ਸੋ ਇਸੇ ਕਰਕੇ ਇਸ ਨੂੰ ਮਿੰਨੀ ਕੌਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਯਾਦ ਰੱਖਣਾ ਹੈ ਕਿੰਨੀਵੀਂ ਸੋਧ ਹੈ ਬੇਟਾ? 42ਵੀਂ ਸੋਧ ਹੈ। ਸੋ 42nd ਅਮੈਂਡਮੈਂਟ ਆਫ ਇੰਡੀਅਨ ਕੌਨਸਟੀਟਿਊਸ਼ਨ, ਇਹਨੂੰ ਮਿੰਨੀ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਸੋ 14th ਕੁਐਸਚਨ ਸਾਡੇ ਕੋਲ ਆ ਗਿਆ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦ, ਧਰਮ ਨਿਰਪੱਖਤਾ ਅਤੇ ਅਖੰਡਤਾ ਕਿਹੜੀ ਸੋਧ ਰਾਹੀਂ ਜੋੜੇ ਗਏ? ਬੇਟਾ ਇਹ 3 ਵਰਡਸ ਨੇ ਜਿਹੜੇ ਇਹ ਭਾਰਤੀ ਜਿਹੜੀ ਪ੍ਰੈਂਬਲ ਨੇ ਉਹਦੇ ਵਿੱਚ ਬਾਅਦ ਦੇ ਵਿੱਚ ਜੋੜੇ ਗਏ ਸੀ। ਉਹ ਕਿਹੜੀ ਅਮੈਂਡਮੈਂਟ ਸੀ? ਉਹੀ ਅਮੈਂਡਮੈਂਟ ਸੀ ਜਿਹੜੀ ਆਪਾਂ ਹੁਣੀ ਕਰਕੇ ਆਏ ਹਾਂ 13ਵੇਂ ਪ੍ਰਸ਼ਨ ਦੇ ਵਿੱਚ, 42ਵੀਂ ਸੋਧ ਬੇਟਾ ਜੀ। 42ਵੀਂ ਸੋਧ ਰਾਹੀਂ ਇਹ 3 ਸ਼ਬਦ ਭਾਰਤ ਦੀ ਪ੍ਰਸਤਾਵਨਾ ਦੇ ਵਿੱਚ ਪ੍ਰੈਂਬਲ ਦੇ ਵਿੱਚ ਜੋੜੇ ਗਏ। ਸਮਾਜਵਾਦ,
ਧਰਮ ਨਿਰਪੱਖਤਾ ਅਤੇ ਅਖੰਡਤਾ। ਇਹ ਤਿੰਨ ਸ਼ਬਦ ਜੋੜੇ ਗਏ। ਕਿਹੜੇ ਸਾਲ 'ਚ ਹੋਈ ਸੀ ਬੇਟਾ ਜੀ ਇਹ ਸੋਧ? ਇਹ ਸੋਧ ਹੋਈ ਸੀ ਪੁੱਤਰ ਜੀ 1976 ਦੇ ਵਿੱਚ। ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚੋਂ ਕਈ ਕੁਐਸਚਨ ਉਲਟਾ ਪੁਲਟਾ ਕੇ ਬਣ ਜਾਂਦੇ ਨੇ। 1976 ਦੇ ਵਿੱਚ ਕਿਹੜੀ ਸੋਧ ਹੋਈ ਸੀ? ਵੱਡੀ 42ਵੀਂ ਸੋਧ ਹੋਈ ਸੀ। ਇਸ ਦਾ ਦੂਸਰਾ ਨਾਮ ਕੀ ਹੈ? ਮਿੰਨੀ ਕੌਨਸਟੀਟਿਊਸ਼ਨ ਹੈ। ਇਹਦੇ ਨਾਲ ਕਿਹੜੇ ਕਿਹੜੇ ਸ਼ਬਦ ਭਾਰਤ ਦੀ ਪ੍ਰਸਤਾਵਨਾ ਵਿੱਚ ਜੋੜੇ ਗਏ? ਸਮਾਜਵਾਦ, ਧਰਮ ਨਿਰਪੱਖਤਾ ਅਤੇ ਅਖੰਡਤਾ। ਇਹ ਤਿੰਨ ਸ਼ਬਦ ਜੋੜੇ ਗਏ ਸੀ। ਸੋ ਇਹ ਬਹੁਤ ਹੀ ਮਹੱਤਵਪੂਰਨ ਸੋਧ ਹੈ ਇੰਡੀਅਨ ਕੌਨਸਟੀਟਿਊਸ਼ਨ ਦੀ। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਕਿਹੜੀ ਅਮੈਂਡਮੈਂਟ ਹੈ ਬੇਟਾ ਜੀ? ਉਹ 42ਵੀਂ ਅਮੈਂਡਮੈਂਟ। ਸੋ ਨੈਕਸਟ ਕੁਐਸਚਨ ਸਾਡੇ ਕੋਲ ਆ ਗਿਆ, ਕੁਐਸਚਨ ਨੰਬਰ 15। ਸੰਵਿਧਾਨ ਨਾਲ ਸੰਬੰਧਿਤ ਫਿਰ ਕੁਐਸਚਨ ਹੈ, ਭਾਰਤੀ ਸੰਵਿਧਾਨ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਲਈ ਗਈ ਹੈ? ਬੇਟਾ ਭਾਰਤੀ ਸੰਵਿਧਾਨ ਨੂੰ ਬਣਾਉਣ ਵਾਸਤੇ ਸਾਡੇ ਜਿਹੜੇ ਵਿਸ਼ੇਸ਼ज्ञ ਸੀਗੇ, ਜਿਹੜੇ ਵਿਦਵਾਨ ਸੀਗੇ, ਉਹਨਾਂ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜ੍ਹਿਆ ਸੀ। ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹ ਕੇ ਉਹਨਾਂ ਦੇ ਵਿੱਚੋਂ ਚੰਗੀਆਂ ਚੀਜ਼ਾਂ ਲੈ ਕੇ ਅਡੋਪਟ ਕੀਤੀਆਂ ਗਈਆਂ ਸੀ। ਜੇ ਆਪਾਂ ਕਹੀਏ ਤਾਂ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ 25% ਲਗਭਗ ਜਿਹੜਾ ਮਟੀਰੀਅਲ ਹੈ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਬਾਹਰਲੇ ਦੇਸ਼ਾਂ ਤੋਂ ਬੋਰੋ ਕੀਤੀਆਂ ਨੇ, ਅਡੋਪਟ ਕੀਤੀਆਂ ਨੇ, ਉਹਨਾਂ ਨੂੰ ਦੇਖ ਕੇ ਪ੍ਰੇਰਿਤ ਹੋ ਕੇ ਲਈਆਂ ਨੇ। ਜਿਹਦੇ ਵਿੱਚੋਂ ਇੱਕ ਕੁਐਸਚਨ ਹੈ ਸੰਸਦੀ ਸ਼ਾਸਨ ਪ੍ਰਣਾਲੀ। ਜਿਹੜੀ ਸੰਸਦੀ ਹੁਣ ਸ਼ਾਸਨ ਪ੍ਰਣਾਲੀ ਸਾਡੇ ਦੇਸ਼ ਵਿੱਚ ਚੱਲ ਰਹੀ ਹੈ, ਇਹ ਅਸੀਂ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਲਈ ਸੀ? ਸਾਡੇ ਕੋਲ ਆਪਸ਼ਨ ਨੇ ਸੰਯੁਕਤ ਰਾਸ਼ਟਰ ਅਮਰੀਕਾ, ਬ੍ਰਿਟੇਨ ਜਾਂ ਬ੍ਰਿਟਿਸ਼ਰ, ਕੈਨੇਡਾ ਜਾਂ ਰੂਸ। ਬੇਟਾ ਇਹ ਅਸੀਂ ਲਈ ਸੀ ਬ੍ਰਿਟਿਸ਼ਰਸ ਤੋਂ, ਅੰਗਰੇਜ਼ਾਂ ਤੋਂ ਲਈ ਸੀ, ਇੰਗਲੈਂਡ ਤੋਂ ਲਈ ਸੀ, ਕਿਉਂਕਿ ਸਾਡੇ ਤੇ ਬਹੁਤ ਲੰਬਾ ਸਮਾਂ ਅੰਗਰੇਜ਼ਾਂ ਨੇ ਰਾਜ ਕੀਤਾ ਸੀ। ਅਸੀਂ ਇਸ ਪਾਲਿਸੀ ਦੇ, ਇਸ ਪ੍ਰਣਾਲੀ ਦੇ ਹੈਬਚੁਅਲ ਹੋ ਚੁੱਕੇ ਸੀ, ਆਦੀ ਹੋ ਚੁੱਕੇ ਸੀ। ਸਾਨੂੰ ਇਹਦੇ ਬਾਰੇ ਕੁਝ ਗਿਆਨ ਵੀ ਸੀਗਾ ਵੀ ਕਿਵੇਂ ਅਸੀਂ ਆਪਣੇ ਦੇਸ਼ ਦੇ ਸ਼ਾਸਨ ਨੂੰ ਚਲਾ ਸਕਦੇ ਹਾਂ। ਸੋ ਸੰਸਦੀ ਸ਼ਾਸਨ ਪ੍ਰਣਾਲੀ ਬੇਟਾ ਅਸੀਂ ਲਈ ਸੀ ਅੰਗਰੇਜ਼ਾਂ ਤੋਂ ਲਈ ਸੀ, ਇੰਗਲੈਂਡ ਤੋਂ ਜਾਂ ਬ੍ਰਿਟਿਸ਼ ਤੋਂ ਲਈ ਸੀ। ਸੋ ਨੈਕਸਟ ਕੁਐਸਚਨ ਨੰਬਰ 16 ਆ ਗਿਆ, ਸੰਵਿਧਾਨ, ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ। ਦੇਖੋ ਸਾਨੂੰ ਮੌਲਿਕ ਫੰਡਾਮੈਂਟਲ ਰਾਈਟ ਦਿੱਤੇ ਗਏ ਨੇ, ਭਾਰਤੀ ਲੋਕਾਂ ਨੂੰ ਫੰਡਾਮੈਂਟਲ ਰਾਈਟ ਦਿੱਤੇ ਗਏ ਨੇ, ਭਾਰਤ ਦੇ ਨਿਵਾਸੀਆਂ ਨੂੰ ਫੰਡਾਮੈਂਟਲ ਰਾਈਟ ਦਿੱਤੇ ਨੇ ਭਾਰਤੀ ਸੰਵਿਧਾਨ ਨੇ। ਕਹਿੰਦਾ ਜੀ ਇਹ ਕਿਹੜੇ ਦੇਸ਼ ਤੋਂ ਪ੍ਰੇਰਿਤ ਹੋ ਕੇ ਲਏ ਸੀ? ਬੜਾ ਇੰਪੋਰਟੈਂਟ ਕੁਐਸਚਨ ਹੈ ਬੇਟਾ। ਫੰਡਾਮੈਂਟਲ ਸਾਨੂੰ ਸਾਰਿਆਂ ਨੂੰ ਪਤਾ ਨਾ, ਰਾਈਟਸ ਵਾਸਤੇ ਤਾਂ ਅਸੀਂ ਲੜਨ ਨੂੰ ਤਿਆਰ ਹੋ ਜਾਂਦੇ ਹਾਂ, ਹੱਕ ਵੀ ਸਾਡਾ ਹੱਕ ਇੱਥੇ ਰੱਖ। ਸੋ ਇਹ ਫੰਡਾਮੈਂਟਲ ਰਾਈਟ ਸਾਨੂੰ ਕਿਹੜੇ ਦੇਸ਼ ਤੋਂ ਲੈ ਕੇ ਪ੍ਰੇਰਿਤ ਹੋਏ ਹੋਏ ਨੇ? ਇਹ ਬੇਟਾ ਹੋਏ ਹੋਏ ਨੇ ਜੀ USA, ਸੰਯੁਕਤ ਰਾਸ਼ਟਰ ਅਮਰੀਕਾ। ਇਸ USA ਤੋਂ ਸਾਨੂੰ ਇਹ ਫੰਡਾਮੈਂਟਲ ਰਾਈਟਸ ਮਿਲੇ ਸੀ ਜਿਹੜੇ ਅਸੀਂ ਆਪਣੇ ਭਾਰਤੀ ਲੋਕਾਂ ਨੂੰ ਦਿੱਤੇ ਸੀ। ਤੁਸੀਂ ਸਾਰੇ ਹੀ ਜਾਣਦੇ ਹੋ 6 ਫੰਡਾਮੈਂਟਲ ਰਾਈਟਸ ਨੇ ਭਾਰਤੀ ਸੰਵਿਧਾਨ ਦੇ ਅਨੁਛੇਦ ਆਰਟੀਕਲ 14 ਤੋਂ ਲੈ ਕੇ 32 ਤੱਕ ਇਹਨਾਂ ਦਾ ਐਕਸਪਲੇਨੇਸ਼ਨ ਕੀਤੀ ਗਈ ਹੈ, ਜਿਹਦੇ ਵਿੱਚੋਂ ਇੱਕ 31 ਆਰਟੀਕਲ ਦੇ ਵਿੱਚੋਂ ਐਜੂਕੇਸ਼ਨਲ ਰਾਈਟ ਸਾਡੇ ਹਿਊਮਨ ਰਾਈਟਸ ਦੇ ਵਿੱਚ ਪਾਇਆ ਗਿਆ ਸੀ ਫੰਡਾਮੈਂਟਲ ਰਾਈਟਸ ਤੋਂ ਸ਼ਿਫਟ ਕਰਕੇ। ਸੋ ਇਹ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਅਸੀਂ ਕਿਹੜੇ ਦੇਸ਼ ਤੋਂ ਪ੍ਰੇਰਿਤ ਹੋ ਕੇ ਲਏ ਨੇ, ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਲਏ ਨੇ? ਬੇਟਾ ਜੀ USA ਤੋਂ, ਇਹ ਸੰਯੁਕਤ ਰਾਸ਼ਟਰ ਅਮਰੀਕਾ ਤੋਂ ਪ੍ਰੇਰਿਤ ਹੋ ਕੇ ਲਏ ਗਏ ਨੇ। ਨੈਕਸਟ ਕੁਐਸਚਨ ਸਾਡੇ ਕੋਲ ਆ ਗਿਆ, ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਲਏ ਗਏ ਨੇ? ਦੇਖੋ ਜੀ ਮੌਲਿਕ ਜਿਹੜੀਆਂ ਫੰਡਾਮੈਂਟਲ ਡਿਊਟੀ ਸੀ ਉਹਦੇ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਕਰਤੱਵਾਂ ਨੂੰ ਤਾਂ ਅਸੀਂ ਭੁੱਲ ਜਾਂਦੇ ਹਾਂ ਵੀ ਸਾਡੀ ਡਿਊਟੀ ਬਾਰੇ ਨਾ ਸਾਨੂੰ ਯਾਦ ਕਰਾਓ। ਤਾਂ ਕੁਐਸਚਨ ਇਹੀ ਹੈ ਵੀ ਡਿਊਟੀਜ਼ ਸਾਨੂੰ ਕਿਹੜੇ ਦੇਸ਼ ਤੋਂ ਪ੍ਰੇਰਿਤ ਹੋ ਕੇ ਲਈਆਂ ਨੇ? ਹੁਣ ਦੇਖੋ ਡੈਡੀਕੇਸ਼ਨ ਵੀ ਸਾਨੂੰ ਇਹ ਸਾਡਾ ਕਰਤੱਵ ਵੀ ਬਣਦਾ, ਮੁੱਢਲਾ ਜੇ ਹੱਕ ਹੈ ਤਾਂ ਮੁੱਢਲਾ ਕਰਤੱਵ ਵੀ ਹੈ, ਮੌਲਿਕ ਕਰਤੱਵ ਵੀ ਹੈ, ਆਪਣੇ ਆਪ ਸਾਨੂੰ ਇਹ ਕੰਮ ਕਰਨਾ ਵੀ ਚਾਹੀਦਾ। ਇਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੋ ਕੇ ਲਏ ਨੇ? ਸਾਡੇ ਕੋਲ ਆਪਸ਼ਨਸ ਨੇ ਇੰਗਲੈਂਡ, ਸਾਬਕਾ ਸੋਵੀਅਤ ਸੰਘ, ਜਰਮਨੀ ਜਾਂ ਫਰਾਂਸ। ਸੋ ਬੇਟਾ ਜੀ ਇਹਦਾ ਰਾਈਟ ਆਨਸਰ ਹੈ ਸਾਬਕਾ ਸੋਵੀਅਤ ਸੰਘ। ਸਾਬਕਾ ਤੋਂ ਪਹਿਲਾਂ ਬੇਟਾ ਇਹਨੂੰ USSR ਬੋਲਦੇ ਸੀ, ਅੱਜ ਕੱਲ੍ਹ ਇਹਨੂੰ ਅਸੀਂ ਬੋਲਦੇ ਹਾਂ ਰੂਸ। ਰੂਸ ਦਾ ਨਾਮ ਤਾਂ ਸੁਣਿਆ ਨਾ, ਪਹਿਲਾਂ ਇਹ ਸੀਗਾ ਸਾਬਕਾ ਸੋਵੀਅਤ ਸੰਘ। ਬਹੁਤ ਵੱਡਾ ਦੇਸ਼ ਸੀਗਾ ਵੈਸੇ ਤਾਂ ਰੂਸ ਅੱਜ ਵੀ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਪਰ ਇਸ ਕੋਲੇ ਉਦੋਂ ਵੀ ਵੱਧ ਖੇਤਰ ਸੀ, ਉਹਨੂੰ ਬੋਲਦੇ ਸੀ USSR। ਸੋ ਅਸੀਂ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਇਹ USSR ਤੋਂ ਪ੍ਰੇਰਿਤ ਹੋ ਕੇ ਲਈਆਂ ਸੀ। ਤੁਹਾਨੂੰ ਇਹ ਪਤਾ ਵੀ ਇਹ ਫੰਡਾਮੈਂਟਲ ਡਿਊਟੀਜ਼ ਭਾਰਤੀ ਸੰਵਿਧਾਨ 'ਚ ਕਦੋਂ ਐਡ ਕੀਤੀਆਂ ਗਈਆਂ? ਬੇਟਾ ਜੀ ਇਹ 42ਵੀਂ ਸੋਧ ਰਾਹੀਂ ਐਡ ਕੀਤੀਆਂ ਗਈਆਂ ਸੀ 1976 ਦੇ ਵਿੱਚ। ਦੇਖੋ ਕਿੰਨਾ ਕੁਛ 42ਵੀਂ ਸੋਧ ਨਾਲ ਜੁੜਿਆ ਹੋਇਆ ਹੈ। ਸੋ ਫੰਡਾਮੈਂਟਲ ਜਿਹੜੀਆਂ ਡਿਊਟੀਜ਼ ਨੇ ਉਹ ਅਸੀਂ ਲਈਆਂ ਸੀ ਸਾਬਕਾ ਸੋਵੀਅਤ ਸੰਘ ਤੋਂ। ਸੋ ਨੈਕਸਟ ਕੁਐਸਚਨ ਹੈ ਬੇਟਾ ਇਸ ਸ਼ੀਟ ਦਾ 18ਵਾਂ ਤੇ ਲਾਸਟ ਕੁਐਸਚਨ ਹੈ, ਕਿਸ ਸੰਵਿਧਾਨਿਕ ਸੋਧ ਰਾਹੀਂ ਵੋਟ ਦਾ ਅਧਿਕਾਰ ਸੰਬੰਧੀ ਉਮਰ 21 ਸਾਲ ਤੋਂ 18 ਸਾਲ ਕਰ ਦਿੱਤੀ ਗਈ? ਬੇਟਾ ਪਹਿਲਾਂ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਰਾਈਟ ਟੂ ਵੋਟ ਸੀਗਾ, ਉਹ 21 ਸਾਲ ਵਾਸਤੇ ਸੀਗਾ ਵੀ ਜਿਹੜੇ ਵਿਅਕਤੀ ਦੀ ਉਮਰ 21 ਸਾਲ ਹੋ ਗਈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਪਰ ਬਾਅਦ ਦੇ ਵਿੱਚ ਇਹ ਉਮਰ ਘਟਾ ਕੇ 18 ਸਾਲ ਕਰ ਦਿੱਤੀ ਗਈ। ਉਹ ਕਿਹੜਾ ਸਾਲ ਸੀ ਤੇ ਕਿਹੜੀ ਸੋਧ ਸੀ? ਸਾਡੇ ਕੋਲ ਆਪਸ਼ਨਸ ਨੇ 61ਵੀਂ ਸੋਧ 1988 ਦੇ ਵਿੱਚ, 73ਵੀਂ ਸੋਧ 1992 ਦੇ ਵਿੱਚ, 74ਵੀਂ ਸੋਧ 1992 ਦੇ ਵਿੱਚ ਜਾਂ 42ਵੀਂ ਸੋਧ 1976 ਦੇ ਵਿੱਚ। ਸੋ ਪੁੱਤਰ ਜੀ ਇਹਦਾ ਰਾਈਟ ਆਨਸਰ ਹੈ 61ਵੀਂ ਸੋਧ 1988 ਦੇ ਵਿੱਚ। ਬੇਟਾ 61ਵੀਂ ਸੋਧ ਕੀਤੀ ਗਈ ਜਿਹਦੇ ਅਨੁਸਾਰ ਵੋਟ ਪਾਉਣ ਦੀ ਉਮਰ ਹੈ ਜਿਹੜੀ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਤੁਹਾਨੂੰ ਜਾਣ ਕੇ
ਖੁਸ਼ੀ ਹੋਊਗੀ ਵੀ ਦੁਨੀਆ ਦੇ ਵਿੱਚ ਭਾਰਤ ਅਜਿਹਾ ਦੇਸ਼ ਹੈ ਜਿਸ ਨੇ ਲੇਡੀਜ਼ ਨੂੰ ਰਾਈਟ ਟੂ ਵੋਟ ਫਰੋਮ ਦਾ ਵੈਰੀ ਫਸਟ ਡੇ, ਜਿਸ ਦਿਨ ਤੋਂ ਅਸੀਂ 26 ਜਨਵਰੀ 1950 ਤੋਂ ਭਾਰਤੀ ਸੰਵਿਧਾਨ ਲਾਗੂ ਕੀਤਾ, ਉਸੇ ਦਿਨ ਤੋਂ ਭਾਰਤ ਦੇ ਵਿੱਚ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਤਾਂ ਬਹੁਤ ਲੇਟ ਦਿੱਤਾ ਗਿਆ। ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਦਿੱਤੇ, ਤੁਹਾਨੂੰ ਇਹ ਪਤਾ ਹੈ? ਵੂਮੈਨਸ ਨੂੰ ਵੋਟ ਪਾਉਣ ਦਾ ਅਧਿਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਦਿੱਤਾ ਸੀ ਬੇਟਾ ਜੀ? ਸਭ ਤੋਂ ਪਹਿਲਾਂ ਵੂਮੈਨਸ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਨਿਊਜ਼ੀਲੈਂਡ ਨੇ, ਤੇ ਭਾਰਤ ਨੇ ਦਿੱਤਾ, ਨਿਊਜ਼ੀਲੈਂਡ ਨੇ ਦਿੱਤਾ ਸੀ ਆਈ ਥਿੰਕ 1893-94 ਦੇ ਵਿੱਚ। ਜਦ ਕਿ ਭਾਰਤ ਨੇ ਪਹਿਲੇ ਦਿਨ ਤੋਂ ਹੀ, ਜਿਸ ਦਿਨ ਉਸਨੇ ਰਾਈਟ ਟੂ ਵੋਟ, ਜਿਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਉਸੇ ਦਿਨ ਸਾਰੇ ਨਾਗਰਿਕਾਂ ਨੂੰ, ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਜਾਤ ਪਾਤ, ਬਿਨਾਂ ਕਿਸੇ ਲਿੰਗ, ਬਿਨਾਂ ਕਿਸੇ ਰੰਗ ਭੇਦ ਦੇ ਵੋਟ ਪਾਉਣ ਦਾ ਅਧਿਕਾਰ ਦਿੱਤਾ। ਸੋ ਉਸੇ ਅਧਿਕਾਰ ਦੇ ਤਹਿਤ 1988 ਦੇ ਵਿੱਚ 61ਵੀਂ ਸੋਧ ਰਾਹੀਂ ਇਹ ਜਿਹੜੀ ਉਮਰ ਦੀ ਸੀਮਾ ਸੀ ਵੋਟ ਪਾਉਣ ਵਾਸਤੇ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਇਸ ਤਰ੍ਹਾਂ ਇਹ ਕੁਝ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਅੱਜ ਅਸੀਂ ਕੁਝ ਕੁਐਸਚਨ ਭਾਰਤੀ ਸੰਵਿਧਾਨ ਦੇ ਕੀਤੇ ਨੇ। ਮੈਨੂੰ ਉਮੀਦ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੋ ਇਸੇ ਨਾਲ ਸੰਬੰਧਿਤ ਜਿਹੜੀ ਹੈ ਇਹਨਾਂ ਦੀ ਆਨਸਰ ਕੀ ਇਸ ਸ਼ੀਟ ਦੇ ਉੱਤੇ ਵੀ ਸ਼ੋਅ ਕੀਤੀ ਗਈ ਹੈ, ਇੱਥੋਂ ਵੀ ਤੁਸੀਂ ਦੇਖ ਸਕਦੇ ਹੋ। ਅਤੇ ਇਸ ਸ਼ੀਟ ਨੂੰ ਇੱਕ ਅੱਧੀ ਵਾਰ ਦੁਬਾਰਾ ਵੀ ਸੁਣੋ, ਇਹਦੇ ਫੈਕਟਸ ਜਿਹੜੇ ਨਾਲ ਦਿੱਤੇ ਗਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਣ ਲਓ, ਘਰ ਵਿੱਚ ਰਹਿ ਕੇ ਹੀ ਤਿਆਰੀ ਕਰੀ ਚੱਲੋ, ਆਪਣਾ ਧਿਆਨ ਰੱਖਿਓ। ਇੰਨਾ ਲੰਬਾ ਸਮਾਂ ਤੁਸੀਂ ਇਸ ਵੀਡੀਓ ਨੂੰ ਦੇਖਿਆ, ਸੁਣਿਆ, ਥੈਂਕ ਯੂ ਵੈਰੀ ਮਚ। Please take care of yourself. Once again, thanks to all of you. Thank you.